सत श्री अकाल दोस्तों, की हाल चाल। ਤੁਹਾਡਾ ਸਵਾਗਤ ਹੈ ਕੈਨ ਆਪ ਚੈਨਲ ਵਿੱਚ। ਕੁਝ ਦੋਸਤਾਂ ਦੇ ਮੈਸੇਜ ਆ ਰਹੇ ਸੀ ਜਿਹੜੇ UGC ਨੈਟ ਪੰਜਾਬੀ ਦੀ ਤਿਆਰੀ ਕਰਨਾ ਚਾਹੁੰਦੇ ਹੈ। ਉਹ ਸਿਲੇਬਸ ਬਾਰੇ ਪੁੱਛ ਰਹੇ ਸੀ ਕਿ ਸਿਲੇਬਸ ਕੀ ਹੋ ਸਕਦਾ ਔਰ ਉਹਦੇ ਬਾਰੇ ਕੀ ਪੜ੍ਹਨਾ ਚਾਹੀਦਾ। ਇਹ ਸਾਡਾ ਵੀਡੀਓ ਉਸ ਦੇ ਸੰਬੰਧ ਵਿੱਚ ਹੈ। ਇਹ ਸਾਡੇ ਕੋਲ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੈਟ ਬਿਊਰੋ ਦੁਆਰਾ ਜਿਹੜਾ ਪੰਜਾਬੀ ਸਬਜੈਕਟ ਦਾ ਸਿਲੇਬਸ ਹੈ, ਪੰਜਾਬੀ ਦਾ ਕੋਡ ਨੰਬਰ 24 ਹੁੰਦਾ ਹੈ। ਇਹਦੇ ਸਿਲੇਬਸ ਦੇ ਵਿੱਚ ਤਕਰੀਬਨ ਜੋ ਅਸੀਂ MA ਪੱਧਰ ਤੇ ਜਾਂ BA ਪੱਧਰ ਤੇ ਪੜ੍ਹ ਰਹੇ ਕੇ ਆਏ ਹਾਂ ਉਹੀ ਹੈ, ਕੁਝ ਜ਼ਿਆਦਾ ਬਾਹਰ ਨਹੀਂ ਹੈ। ਪਰ ਥੋੜ੍ਹਾ ਜਿਹਾ ਇਹ ਹੈ ਕਿ ਜਦੋਂ ਅਸੀਂ MA ਦੀ ਜਾਂ BA ਦੀ ਪੜ੍ਹਾਈ ਕਰ ਰਹੇ ਹੁੰਦੇ ਹਾਂ ਉਦੋਂ ਅਸੀਂ ਇਸ ਨੂੰ ਥੋੜ੍ਹਾ ਸੀਰੀਅਸ ਤਰੀਕੇ ਨਾਲ ਨਹੀਂ ਦੇਖਦੇ ਗੇ। ਇਸ ਸਾਰੇ ਸਿਲੇਬਸ ਨੂੰ ਅਲੱਗ-ਅਲੱਗ ਯੂਨਿਟ ਵਿੱਚ ਵੰਡਿਆ ਗਿਆ ਹੈ, ਤਾਂ ਕੋਸ਼ਿਸ਼ ਕਰੋ ਕਿ ਹਰ ਇੱਕ ਯੂਨਿਟ ਨੂੰ ਬੜੇ ਧਿਆਨ ਨਾਲ ਤੇ ਜੋ ਵੀ ਕਰੋ ਬੜੇ ਵਧੀਆ ਤਰੀਕੇ ਨਾਲ ਕਰੋ, ਤਾਂ ਕਿ ਜੇ ਕੁਝ ਸਵਾਲ ਤੁਹਾਡੇ ਕੋਲ ਰਹਿ ਵੀ ਜਾਣ ਤਾਂ ਜਿਹੜੇ ਤੁਸੀਂ ਕੀਤੇ ਹੈ ਉਹਨਾਂ ਪ੍ਰਤੀ ਤੁਸੀਂ ਸ਼ੋਰ ਹੋ ਕਿ ਉਹ ਸਹੀ ਹੈ। ਜਿਵੇਂ ਸਾਡੇ ਕੋਲ ਇਹ ਸਭ ਤੋਂ ਪਹਿਲਾ ਯੂਨਿਟ ਹੈ ਸਾਹਿਤ ਰੂਪ, ਸਾਹਿਤ ਸ਼ਾਸਤਰੀ ਪਰੰਪਰਾ ਤੇ ਸਾਹਿਤ ਇਤਿਹਾਸਕਾਰੀ। ਬੇਸ਼ੱਕ ਇਸ ਨੂੰ ਥੋੜਾ ਉਲਝਾ ਕੇ ਲਿਖਿਆ ਗਿਆ, ਪਰ ਗੱਲ ਇਹੀ ਹੈ ਕਿ ਸਿਰਫ ਸਾਹਿਤ ਬਾਰੇ ਇਹਦੇ ਵਿੱਚ ਲਿਖਿਆ ਗਿਆ। ਇਸ ਯੂਨਿਟ ਵਿੱਚ ਸਾਹਿਤ ਬਾਰੇ ਆਏਗਾ ਕਿ ਸਾਹਿਤ ਦੀ ਪਰਿਭਾਸ਼ਾ ਕੀ ਹੁੰਦੀ ਹੈ, ਸਾਹਿਤ ਦੇ ਸਰੂਪ ਕੀ ਨੇ, ਤੱਤ ਨੇ ਅਸੀਂ MA 'ਚ ਪੜ੍ਹਿਆ। ਕਿਸ ਤਰੀਕੇ ਨਾਲ ਪ੍ਰਗੀਤਕ ਕਿਹੜੀ ਹੈ, ਬਿਰਤਾਂਤਕ ਕਿਹੜੀ ਹੁੰਦੀ ਹੈ, ਨਾਟਕੀ ਕੀ ਹੁੰਦਾ ਸਾਹਿਤ ਦਾ, ਕਿਸ ਤਰੀਕੇ ਦੇ ਨਾਲ ਨਾਟਕ ਲਿਖਿਆ ਜਾਂਦਾ, ਜਿਸ ਤਰ੍ਹਾਂ ਸਾਡੇ ਕੋਲ ਮਹਾਂਕਾਵਿ ਨੇ। ਤਾਂ ਅੱਗੇ ਚੱਲ ਕੇ ਦੇਖਦੇ ਹਾਂ ਕਿ ਸਾਹਿਤ ਦੇ ਰੂਪ ਇਹਦੇ ਵਿੱਚ ਕਿਹੜੇ ਕਿਹੜੇ ਆਉਂਦੇ ਹੈ। ਸਭ ਤੋਂ ਪਹਿਲਾਂ ਆਉਂਦਾ ਹੈ ਮੱਧਕਾਲੀ ਰੂਪ, ਜਿਹਦੇ ਵਿੱਚ ਸੂਫੀ ਕਾਵਿ ਆ ਜਾਂਦਾ ਹੈ, ਗੁਰਮਤਿ ਕਾਵਿ ਆ ਜਾਂਦਾ ਹੈ, ਕਿੱਸਾ ਕਾਵਿ ਤੇ ਵੀਰ ਕਾਵਿ ਆ ਜਾਂਦਾ ਹੈ। ਇਹਦੇ ਵਿੱਚ ਸਭ ਤੋਂ ਪਹਿਲਾਂ ਸ਼ਬਦ ਜੋ ਗੁਰੂਆਂ ਦੇ ਸ਼ਬਦ ਨੇ, ਸ਼ਲੋਕ ਨੇ, ਕਾਫੀਆਂ ਨੇ, ਸੂਫੀਆਂ ਦੇ ਵੀ ਕਾਫੀਆਂ ਨੇ, 12 ਮਾਵੀ ਨੇ, ਸੀ ਹਰਫੀਆਂ ਵੀ ਨੇ, ਕਿੱਸਾ ਤੇ ਵੀਰ ਕਾਵਿ ਆ ਜਾਂਦਾ। ਇਹਦੇ ਵਿੱਚ ਜੰਗਨਾਮਾ ਆ ਜਾਂਦਾ ਹੈ। ਜੰਗਨਾਮਾ ਤੇ ਵੀਰ ਵਾਰ ਦੇ ਵਿੱਚ ਜਿਹੜਾ ਫਰਕ ਹੈ ਉਸਨੂੰ ਥੋੜਾ ਜਿਹਾ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕਰਨਾ। ਬਹੁਤ ਸਾਰੇ ਸਟੂਡੈਂਟ ਇੱਥੇ ਗਲਤੀਆਂ ਕਰ ਜਾਂਦੇ ਆ, ਉਹ ਵਾਰ ਤੇ ਜੰਗਨਾਮੇ ਨੂੰ ਇੱਕੋ ਤਰ੍ਹਾਂ ਦੇਖਦੇ ਆ। ਜਿਸ ਤਰ੍ਹਾਂ ਕਾਫੀ ਤੇ ਸੀਆਰਫੀ 'ਚ ਬਹੁਤ ਜ਼ਿਆਦਾ ਫਰਕ ਹੈ, ਉਸ ਤਰ੍ਹਾਂ ਵਾਰ ਤੇ ਜੰਗਨਾਮੇ 'ਚ ਵੀ ਬਹੁਤ ਜ਼ਿਆਦਾ ਫਰਕ ਹੈ। ਇਸ ਤੋਂ ਬਾਅਦ ਜਨਮ ਸਾਖੀਆਂ ਦੇ ਨਾਲ ਸੰਬੰਧੀ ਅਸੀਂ ਇੱਕ ਕਿਤਾਬ ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ ਤਕਰੀਬਨ ਜਨਮ ਸਾਖੀਆਂ ਨਾਲ ਸਾਰੇ ਸਵਾਲ ਤੇ ਜਨਮ ਸਾਖੀਆਂ ਦਾ ਸਾਰਾ ਇਤਿਹਾਸ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਗਿਆ। ਉਹਦੇ ਵਿੱਚ ਟੀਕਾ ਤੇ ਪਰਚੀਆਂ ਵੀ ਆ ਜਾਣਗੀਆਂ। ਇਹ ਸਾਡੇ ਕੋਲ ਮੱਧਕਾਲੀ ਰੂਪ ਹੈ ਸਾਹਿਤ ਦਾ। ਉਸ ਤੋਂ ਬਾਅਦ ਆਧੁਨਿਕ ਰੂਪ, ਜਿਹਦੇ ਵਿੱਚ ਗੀਤ ਆ ਜਾਂਦੇ ਹੈ, ਨਜ਼ਮ, ਗਜ਼ਲ, ਰੁਬਾਈ, ਹਾਈਕਿਊ, ਨਾਵਲ, ਨਿੱਕੀ ਕਹਾਣੀ, ਨਾਟਕ, ਇਕਾਂਗੀ, ਨਿਬੰਧ, ਸਫ਼ਰਨਾਮਾ, ਡਾਇਰੀ, ਸਵੈ ਜੀਵਨੀ, ਜੀਵਨੀ ਤੇ ਰੇਖਾ ਚਿੱਤਰ ਮੇਨ ਨੇ। ਇਹਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਹਨਾਂ ਦੇ ਫਰਕ ਪਤਾ ਹੋਣਾ ਚਾਹੀਦੇ ਹੈ ਕਿ ਨਜ਼ਮ ਤੇ ਗਜ਼ਲ 'ਚ ਕੀ ਫਰਕ ਹੈ, ਰੁਬਾਈ ਤੇ ਹਾਈਕਿਊ 'ਚ ਕੀ ਫਰਕ ਹੈ, ਨਾਵਲ ਤੇ ਨਾਟਕ ਦੇ ਵਿੱਚ ਕੀ ਫਰਕ ਹੈ, ਨਿੱਕੀ ਕਹਾਣੀ ਤੇ ਨਾਵਲ ਦੇ ਵਿੱਚ ਕੀ ਫਰਕ ਹੈ, ਤੇ ਨਾਟਕ ਤੇ ਇਕਾਂਗੀ ਵਿੱਚ ਕੀ ਫਰਕ ਹੈ। ਇਹਨਾਂ ਬਾਰੇ ਸਾਨੂੰ ਆ ਜਾਂਦਾ। ਉਸ ਤੋਂ ਬਾਅਦ ਯੂਨਾਨੀ ਕਾਵਿ ਸ਼ਾਸਤਰ ਹੈ। ਤੁਸੀਂ ਪ੍ਰੇਮ ਪ੍ਰਕਾਸ਼ ਦੀ ਕਿਤਾਬ ਨੂੰ ਪੜ੍ਹ ਲਓ, ਉਹਦੇ ਵਿੱਚ ਹੀ ਤਕਰੀਬਨ 90 ਤੋਂ 95% ਸਾਡਾ ਕਲੀਅਰ ਹੋ ਜਾਂਦਾ। ਡਾਕਟਰ ਪ੍ਰੇਮ ਪ੍ਰਕਾਸ਼ ਦੀ ਕਿਤਾਬ ਦੇ ਵਿੱਚੋਂ ਹੀ ਜਿਹੜਾ ਕਾਵਿ ਸ਼ਾਸਤਰ ਹੈ, ਭਾਰਤੀ ਕਾਵਿ ਸ਼ਾਸਤਰ ਤੇ ਯੂਨਾਨੀ ਕਾਵਿ ਸ਼ਾਸਤਰ, ਸਾਨੂੰ ਉੱਥੋਂ ਬਹੁਤ ਜ਼ਿਆਦਾ ਕਲੀਅਰ ਹੋ ਜਾਂਦਾ। ਕਾਵਿ ਦੇ ਭੇਦ ਜਿਹੜੇ ਸ਼ਰਵ ਕਾਵਿ ਤੇ ਦ੍ਰਿਸ਼ ਕਾਵਿ ਹੈ, ਇਹਦੇ ਵਿੱਚ ਰਸ ਸੰਪਰਦਾਇ ਹੈ, ਧੁਨੀ ਸੰਪਰਦਾਇ ਹੈ, ਅਲੰਕਾਰ ਸੰਪਰਦਾਇ ਹੈ, ਵਕ੍ਰਿਤੀ ਹੈ, ਰੀਤੀ ਸੰਪਰਦਾਇ ਹੈ। ਇਸ ਬਾਰੇ ਸਾਰਾ ਜਿਹੜਾ ਹੈਗਾ ਡਾਕਟਰ ਪ੍ਰੇਮ ਪ੍ਰਕਾਸ਼ ਦੀ ਕਿਤਾਬ ਵਿੱਚ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਗਿਆ। ਇਸ ਤੋਂ ਬਾਅਦ ਪੱਛਮੀ ਸਾਹਿਤ ਚਿੰਤਨ ਹੈ। ਪੱਛਮ ਦਾ ਜਿਹੜਾ ਸਾਹਿਤ ਚਿੰਤਨ ਹੈ ਸਾਡੇ ਕੋਲ, ਉਹਦੇ ਬਾਰੇ ਇਹਦੇ 'ਚ ਵਿਖਿਆਨ ਕੀਤਾ ਗਿਆ। ਤੁਸੀਂ ਇਹਦੇ ਲਈ
ਪੱਛਮੀ ਸਾਹਿਤ ਚਿੰਤਨ ਲਈ ਜੇ ਤੁਸੀਂ ਜੋਗਿੰਦਰ ਸਿੰਘ ਕੈਰੋਂ ਵਰਗਿਆਂ ਦੀਆਂ ਜਾਂ ਆਲੂਵਾਲੀ ਦੀ ਕਿਤਾਬਾਂ ਪੜ੍ਹ ਸਕਦੇ ਹੋ। ਉਹਦੇ ਵਿੱਚ ਤਕਰੀਬਨ ਸਾਨੂੰ ਇਹ ਹੋ ਜਾਂਦਾ ਹੈ, ਗੁਰਭਗਤ ਸਿੰਘ ਦੀਆਂ ਕਿਤਾਬਾਂ ਨੇ, ਡਾਕਟਰ ਰਜਿੰਦਰਪਾਲ ਸਿੰਘ ਬਰਾੜ ਦੀ ਕਿਤਾਬ ਹੈ ਉੱਤਰ ਆਧੁਨਿਕਵਾਦ, ਉਹਦੇ ਨੂੰ ਪੜ੍ਹ ਸਕਦੇ ਹਾਂ। ਚੇਨ ਵਿਗਿਆਨ ਹੈ ਤਾਂ ਚੇਨ ਵਿਗਿਆਨ ਬੂਟਾ ਸਿੰਘ ਬਰਾੜ ਦੀ ਕਿਤਾਬਾਂ ਦੇ ਵਿੱਚੋਂ ਵੀ ਬਹੁਤ ਸਾਰਾ ਸਾਨੂੰ ਇਹਦੇ ਵਿੱਚੋਂ ਕਲੀਅਰ ਹੋ ਜਾਂਦਾ ਹੈ। ਉਸ ਤੋਂ ਬਾਅਦ ਪੰਜਾਬੀ ਸਾਹਿਤ ਚਿੰਤਕ ਨੇ ਜਿਹੜੇ ਸਾਡੇ ਕੋਲ, ਸੰਤ ਸਿੰਘ ਸੇਖੋਂ ਹੈ, ਕਿਸ਼ਨ ਸਿੰਘ ਹੈ, ਹਰਭਜਨ ਸਿੰਘ, ਨੈਬ ਹੁਸੈਨ, ਤਰਲੋਕ ਕੰਵਰ ਤੇ ਹਰਭਜਨ ਭਾਟੀਆ। ਜਦੋਂ ਅਸੀਂ ਹਰਭਜਨ ਭਾਟੀਆ ਨੂੰ ਪੜ੍ਹ ਲਈ, ਜੇ ਇਹਨਾਂ ਦੀ ਕਿਤਾਬਾਂ ਪੜ੍ਹ ਲਈ ਤਾਂ ਸਾਨੂੰ ਤਕਰੀਬਨ ਸੇਖੋਂ, ਕਿਸ਼ਨ ਸਿੰਘ, ਹਰਭਜਨ ਸਿੰਘ ਤੇ ਬਾਕੀ ਸਾਰੇ ਜਿਹੜੇ ਚਿੰਤਕ ਨੇ ਉਹ ਕਲੀਅਰ ਹੋ ਜਾਂਦੇ ਨੇ, ਕਿਉਂਕਿ ਹਰਭਜਨ ਸਿੰਘ ਭਾਟੀਆ ਦਾ ਇਸ ਪੱਧਰ ਤੇ ਕੰਮ ਬਹੁਤ ਵੱਡਾ ਹੈ ਤੇ ਬਹੁਤ ਵਧੀਆ। ਉਹਨਾਂ ਨੇ ਇਹਨਾਂ ਤਕਰੀਬਨ ਸਾਰੇ ਜਿਹੜੇ ਉਹਨਾਂ ਨੇ ਮੈਟਾ ਆਲੋਚਨਾ ਕੀਤੀ ਹੈ, ਇਹਨਾਂ ਆਲੋਚਕਾਂ ਦੇ ਉੱਤੇ ਵੀ ਉਹਨਾਂ ਨੇ ਆਲੋਚਨਾ ਕੀਤੀ ਹੈ, ਤਾਂ ਇਹਨੂੰ ਹਰਭਜਨ ਸਿੰਘ ਭਾਟੀਆ ਨੂੰ ਪੜ੍ਹਨ ਨਾਲ ਹੀ ਸਾਡਾ ਸਾਰਾ ਇੱਕ ਕਲੀਅਰ ਹੋ ਜਾਂਦਾ। ਸਾਹਿਤ ਦੇ ਇਤਿਹਾਸਕਾਰੀ, ਦਿੱਲੀ ਯੂਨੀਵਰਸਿਟੀ ਵੱਲੋਂ ਜੋ ਸਾਹਿਤ ਦਾ ਇਤਿਹਾਸਕਾਰੀ ਲਿਖੀ ਗਈ ਹੈ, ਜਿਹਦੇ ਵਿੱਚ ਨਾਵਲ ਦਾ ਇਤਿਹਾਸ ਹੈ, ਨਾਟਕ ਦਾ ਇਤਿਹਾਸ ਹੈ, ਇਕਾਂਗੀ ਦਾ ਹੈ, ਸਾਰੇ ਉਹ ਇਤਿਹਾਸ ਵੀ ਜ਼ਰੂਰ ਪੜ੍ਹਿਓ। ਉਹਦੇ ਨਾਲ ਸਾਨੂੰ ਤਕਰੀਬਨ ਸਾਰਾ ਕਲੀਅਰ ਹੋ ਜਾਂਦਾ ਹੈ। ਉਸਨੂੰ ਜੇ ਅਸੀਂ ਪੜ੍ਹ ਲਈਏ ਤਾਂ ਸਾਡਾ ਬਹੁਤਾ ਉਹਦੇ ਵਿੱਚ ਹੀ ਹੋ ਜਾਂਦਾ, ਤਕਰੀਬਨ 13-14 ਭਾਗ ਨੇ ਉਸ ਦੇ ਵਿੱਚ। ਪੰਜਾਬੀ ਸੂਫੀ ਕਾਵਿ ਪਰੰਪਰਾ ਤੇ ਗੁਰਮਤਿ ਕਾਵਿ ਧਾਰਾ ਹੈਗੀ ਹੈ, ਇਹ ਵੀ ਜਿਹੜਾ ਸੂਫੀ ਕਾਵਿ ਦਾ ਇਤਿਹਾਸ ਹੈ ਤੇ ਗੁਰਮਤਿ ਕਾਵਿ ਦਾ ਇਤਿਹਾਸ ਹੈ, ਜਿਹੜੇ ਲਿਖੇ ਗਏ ਆ ਉਹਨਾਂ ਤੋਂ ਤੁਸੀਂ ਪੜ੍ਹ ਸਕਦੇ ਹੋ। ਉਹਨਾਂ ਦੇ ਵਿੱਚ ਵੀ ਇਹ ਸਾਰਾ ਕੁਝ ਕਲੀਅਰ ਹੋ ਜਾਂਦਾ। ਸੂਫੀ ਕਾਵਿ ਤੇ ਆਲੋਚਨਾ, ਮੈਟਾ ਆਲੋਚਨਾ, ਇੱਦਾਂ ਦੀਆਂ ਕਿਤਾਬਾਂ ਨੇ। ਪ੍ਰਮੁੱਖ ਕਵੀ ਗੁਰੂ ਨਾਨਕ ਦੇਵ ਜੀ ਬਾਰੇ, ਗੁਰੂਆਂ ਬਾਰੇ ਜੇ ਤੁਸੀਂ ਪੜ੍ਹਨਾ ਤਾਂ ਤੁਸੀਂ ਰਤਨ ਸਿੰਘ ਜੱਗੀ ਦੀ ਪੜ੍ਹ ਸਕਦੇ ਹੋ। ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸ, ਉਹਦੇ ਵਿੱਚ ਤਕਰੀਬਨ A ਤੋਂ ਲੈ ਕੇ Z ਤੱਕ ਇਹਦੇ ਵਿੱਚ ਲਿਖਿਆ ਗਿਆ ਕਿ ਕਿਹੜੇ ਗੁਰੂ ਦੀ ਕਿੰਨੀ ਬਾਣੀ ਹੈ, ਕਿੰਨੇ ਸ਼ਬਦ ਨੇ, ਕਿੰਨੇ ਅੰਗ ਨੇ, ਤੇ ਇਹਨਾਂ ਦੀ ਜਿਹੜੀ ਤੁਕਾਂ ਨੇ ਉਹ ਤਕਰੀਬਨ ਤੁਸੀਂ ਪੜ੍ਹ ਲਓ। ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਦੀਆਂ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਦੀ ਹੈਗੀਆਂ ਨੇ। ਪ੍ਰਮੁੱਖ ਭਗਤ ਕਵੀ ਹੈਗੇ ਰਵਿਦਾਸ ਤੇ ਨਾਮਦੇਵ ਤੇ ਕਬੀਰ, ਇਹਨਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਦੇ ਸ਼ਬਦਾਂ ਦੇ ਵਿੱਚ ਤਕਰੀਬਨ ਬਹੁਤ ਤਾਲ ਮਿਲਿਆ। ਰਵਿਦਾਸ ਤੇ ਨਾਮਦੇਵ ਦੇ ਸ਼ਬਦਾਂ ਵਿੱਚ ਅਕਸਰ ਅਸੀਂ ਗਲਤੀਆਂ ਕਰ ਬੈਠਦੇ ਹਾਂ। ਭਗਤ ਕਬੀਰ ਤੇ ਗੁਰੂ ਨਾਨਕ ਦੇਵ ਜੀ ਸ਼ਬਦ ਬਹੁਤ ਮਿਲਦੇ ਜੁਲਦੇ ਨੇ। ਵਾਰਾਂ ਭਾਈ ਗੁਰਦਾਸ ਜੀ, 39 ਵਾਰਾਂ ਨੇ ਜਿਹੜੀਆਂ ਭਾਈ ਗੁਰਦਾਸ ਜੀ ਦੀਆਂ, ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਪੜ੍ਹੋ। ਰਤਨ ਸਿੰਘ ਜੱਗੀ ਦੁਆਰਾ, ਉਹਨਾਂ ਦੀ ਵਾਈਫ ਦੁਆਰਾ ਵੀ ਇੱਕ ਭਾਈ ਗੁਰਦਾਸ ਦੀਆਂ ਵਾਰਾਂ ਦਾ ਜਿਹੜੀ ਵਿਆਖਿਆ ਕੀਤੀ ਗਈ ਉਹ ਵੀ ਬਹੁਤ ਵਧੀਆ ਕਿਤਾਬ ਹੈ, ਉਸ ਬਾਰੇ ਤੁਸੀਂ ਪੜ੍ਹ ਸਕਦੇ ਹੋ। ਗੁਰਮਤਿ ਕਾਵਿ ਸੰਬੰਧੀ ਪ੍ਰੀਖਿਆ ਸਮੀਖਿਆ ਦਾ ਮੈਟਾ ਅਧਿਐਨ, ਜੇ ਤੁਸੀਂ ਹਰਭਜਨ ਸਿੰਘ ਨੂੰ ਪੜ੍ਹਦੇ ਹੋ ਤਾਂ ਡਾਕਟਰ ਹਰਭਜਨ ਸਿੰਘ ਨੇ ਵੀ ਬਹੁਤ ਵਧੀਆ ਕੰਮ ਕੀਤਾ ਇਹਦੇ ਤੇ, ਉਹ ਪੜ੍ਹ ਸਕਦੇ ਹੋ। ਕਿੱਸਾ ਕਾਵਿ ਤੇ ਵੀਰ ਕਾਵਿ, ਇਹ ਮੇਨ ਸਾਡੇ ਹੈਗੇ ਆ। ਕਿੱਸਾ ਕਾਵਿ ਤੇ ਵੀਰ ਕਾਵਿ, ਇਹਦੇ ਵਿੱਚ ਕੀ ਆ ਜਾਂਦਾ ਕਿ ਆਰੰਭ, ਵਿਕਾਸ ਕਿਸ ਤਰੀਕੇ ਦਾ ਹੈਗਾ, ਜਾਮਨ, ਜੰਗਨਾਮੇ, ਪ੍ਰਮੁੱਖ ਵਾਰਾਂ। ਪਿਆਰਾ ਸਿੰਘ ਪਦਮ ਦੀ ਕਿਤਾਬ ਹੈਗੀ ਹੈ ਵਾਰਾਂ ਬਾਰੇ, ਉਹਦੇ ਨੂੰ ਅਸੀਂ ਪੜ੍ਹ ਸਕਦੇ ਹਾਂ, ਉਹਦੇ ਤੋਂ ਸਾਨੂੰ ਬਹੁਤ ਕੁਝ ਕਲੀਅਰ ਹੋ ਸਕਦਾ। ਪੰਜਾਬੀ ਵਾਰਤਕ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਨਮ ਸਾਖੀਆਂ ਆ ਜਾਂਦੀਆਂ ਨੇ, ਗੁਰਬਾਣੀ ਦੇ ਟੀਕੇ ਤੇ ਰਹਿਤਨਾਮੇ ਆ ਜਾਂਦੇ ਨੇ। ਆਧੁਨਿਕ ਪੰਜਾਬੀ ਵਾਰਤਕ ਹੈਗੀ ਹੈ ਜਿਹੜੀ, ਉਹ ਵੀ ਪੜ੍ਹ ਸਕਦੇ ਹੋ। ਅਸੀਂ ਇਸ ਵਾਰਤਕ ਦੇ ਲਈ ਇੱਕ ਸਪੈਸ਼ਲ ਕਿਤਾਬ ਤਿਆਰ ਕਰ ਰਹੇ ਹਾਂ, ਜਿਹਦੇ ਵਿੱਚ ਤੁਸੀਂ ਇਹਨੂੰ ਬੜੀ ਵਧੀਆ ਤਰੀਕੇ ਨਾਲ ਹਰ ਇੱਕ ਉਹ ਸਵਾਲ ਜੋ ਤਕਰੀਬਨ ਪਿਛਲੇ ਪੇਪਰਾਂ 'ਚ ਆਇਆ ਤੇ ਉਸ ਨਾਲ ਸੰਬੰਧਿਤ ਹੋਰ ਜਿਹੜੇ ਸਵਾਲ ਆ ਸਕਦੇ ਨੇ ਉਹ ਤੁਸੀਂ ਕੈਨਾਬ ਤੇ ਜਾ ਕੇ ਮੈਸੇਜ ਕਰਕੇ ਪ੍ਰਾਪਤ ਕਰ ਸਕਦੇ ਹੋ। ਆਧੁਨਿਕ ਪੰਜਾਬੀ ਕਵਿਤਾ ਜਿਹੜੀ ਹੈਗੀ ਹੈ, ਇਸ ਦਾ ਮੁੱਢਲਾ ਵਿਕਾਸ ਪੜਾਅ ਜਿਹੜਾ ਸਾਰਾ ਹੈਗਾ ਇਹ ਵੀ ਪੜ੍ਹਨਾ। ਇਹਨਾਂ ਸਾਰਿਆਂ ਨੂੰ ਪੜ੍ਹਨ ਤੋਂ ਬਾਅਦ ਚਾਹੇ ਤੁਸੀਂ ਆਧੁਨਿਕ ਕਵਿਤਾ ਪੜ੍ਹੋ, ਆਧੁਨਿਕ ਪੰਜਾਬੀ ਗਲਪ ਪੜ੍ਹੋ ਜਾਂ ਨਾਟਕ, ਇਕਾਂਗੀ, ਕੁਝ ਵੀ ਪੜ੍ਹੋ, ਇਹਨਾਂ ਨੂੰ ਪੜ੍ਹਨ ਤੋਂ ਪਹਿਲਾਂ ਜਿਹੜਾ ਇਤਿਹਾਸ ਲਿਖਿਆ ਗਿਆ ਉਸ ਨੂੰ ਜ਼ਰੂਰ ਪੜ੍ਹੋ, ਤਾਂ ਕਿ ਇਤਿਹਾਸ ਦੇ ਵਿੱਚ ਸਾਨੂੰ ਸਾਰਾ ਹੋ ਜਾਏਗਾ। ਕਿਉਂਕਿ ਜਦੋਂ ਅਸੀਂ ਨਾਟਕ ਤੇ ਇਕਾਂਗੀ ਦੇ ਇਤਿਹਾਸ ਨੂੰ ਪੜ੍ਹ ਲਾਂਗੇ ਤਾਂ ਸਾਨੂੰ ਸਭ ਕੁਝ ਕਲੀਅਰ ਹੋ ਜਾਏਗਾ ਕਿ ਕਿਸ ਤਰੀਕੇ ਦਾ ਨਾਟਕ ਕਿੱਥੋਂ ਸ਼ੁਰੂ ਹੁੰਦਾ, ਕਿੰਨਾ ਪੜਾਵਾਂ 'ਚ, ਕਿੰਨਾ ਦੌਰ ਵਿੱਚ ਉਹ ਹੁੰਦਾ ਆਉਂਦਾ, ਕਿਹੜਾ ਕਵੀ ਜਿਹੜਾ ਕਿਹੜਾ ਨਾਟਕਕਾਰ ਹੈ, ਕਿਹੜਾ ਇਕਾਂਗੀਕਾਰ ਹੈ, ਉਹ ਕਿਹੜੇ ਦੌਰ ਦਾ ਹੈਗਾ। ਜਿੱਥੇ ਤੱਕ ਕਵੀ ਹੈਗੇ ਆ, ਸਾਡੇ ਕਹਾਣੀਕਾਰ ਹੈਗੇ ਆ, ਉਹਨਾਂ ਦੇ ਦੌਰ ਬਹੁਤ ਵੱਡੀ ਸਾਡੇ ਲਈ ਖਾਸ ਗੱਲ ਰੱਖਦੇ ਆ। ਅਸੀਂ ਇੱਕ ਬੜੇ ਵਧੀਆ ਤਰੀਕੇ ਨਾਲ ਨੋਟਸ ਤਿਆਰ ਕਰ ਰਹੇ ਹਾਂ, ਕੈਨਾਬ ਤੇ ਹੀ ਤੁਹਾਨੂੰ ਮਿਲਣਗੇ, ਜਿਹਦੇ ਵਿੱਚ ਅਸੀਂ ਉਹਨਾਂ ਦੀ ਦੌਰ ਦੇ ਹਿਸਾਬ ਨਾਲ ਵੰਡ ਕਰ ਰਹੇ ਹਾਂ ਕਿ ਪਹਿਲੇ ਦੌਰ ਦੇ ਕਿਹੜੇ ਕਵੀ ਨੇ, ਪਹਿਲੇ ਦੌਰ ਦੇ ਕਿਹੜੇ ਨਾਟਕਕਾਰ ਨੇ, ਪਹਿਲੇ ਦੌਰ ਦੇ ਕਿਹੜੇ ਇਕਾਂਗੀਕਾਰ ਨੇ, ਦੂਜੇ ਦੇ ਕਿਹੜੇ ਨੇ, ਤੀਜੇ ਦੇ ਕਿਹੜੇ ਨੇ। ਜਿਸ ਤਰ੍ਹਾਂ ਨਾਟਕ ਦੇ ਤੀਜਾ, ਚੌਥਾ, ਪੰਜਵਾਂ ਸਾਡੇ ਕੋਲ ਆ ਗਿਆ ਤਾਂ ਇਸ ਤਰੀਕੇ ਨਾਲ ਇਹਨਾਂ ਦੀ ਅਲੱਗ ਹੈ। ਡਾਕਟਰ ਸਤੀਸ਼ ਕੁਮਾਰ ਵਰਮਾ ਨੂੰ ਪੜ੍ਹ ਸਕਦੇ ਹੋ ਤੁਸੀਂ, ਉਹ ਨਾਟਕ ਬਾਰੇ ਬੜਾ ਵਧੀਆ ਉਹਨਾਂ ਦਾ ਕੰਮ ਹੈਗਾ। ਸੰਤ ਸਿੰਘ ਸੇਖੋਂ ਦਾ ਬਹੁਤ ਵਧੀਆ ਕੰਮ ਹੈਗਾ ਨਾਟਕ ਬਾਰੇ, ਤਾਂ ਉਹ ਵੀ ਅਸੀਂ ਪੜ੍ਹ ਸਕਦੇ ਹਾਂ। ਲੋਕਧਾਰਾ ਤੇ ਪੰਜਾਬੀ ਲੋਕਧਾਰਾ, ਕਰਨੈਲ ਸਿੰਘ ਥਿੰਦ ਦੁਆਰਾ, ਵਣਜਾਰਾ ਬੇਦੀ ਦੁਆਰਾ ਜਾਂ ਖਹਿਰਾ ਦੁਆਰਾ ਜਿਹੜੀ ਕਿਤਾਬਾਂ ਤਿਆਰ ਕੀਤੀਆਂ ਗਈਆਂ ਨੇ ਉਹ ਬਹੁਤ ਵਧੀਆ ਤਰੀਕੇ ਦੀ ਹੈਗੀਆਂ ਨੇ। ਡਾਕਟਰ ਜਸਵਿੰਦਰ ਸਿੰਘ ਦੀ ਕਿਤਾਬ ਹੈ ਜਿਹੜੀ ਅਸੀਂ ਤਕਰੀਬਨ ਪੜ੍ਹ ਸਕਦੇ ਹਾਂ, ਜਿਹਦੇ ਵਿੱਚ ਸਾਰਾ ਸੱਭਿਆਚਾਰ ਆ ਜਾਂਦਾ ਹੈ, ਸਾਡੇ ਗਹਿਣੇ ਆ ਜਾਂਦੇ ਨੇ, ਸਾਡੇ ਸਾਰੇ ਲੋਕ ਕਲਾਵਾਂ ਆ ਜਾਂਦੀਆਂ ਨੇ, ਲੋਕ ਖੇਡਾਂ ਆ ਜਾਂਦੀਆਂ ਨੇ ਸਾਡੀਆਂ। ਇਸ ਤੋਂ ਬਾਅਦ ਸੱਭਿਆਚਾਰ ਦੀਆਂ ਅਲੱਗ-ਅਲੱਗ ਵਿਭਿੰਨ ਦ੍ਰਿਸ਼ਟੀਆਂ ਬਾਰੇ ਸਾਨੂੰ ਜਿਹੜਾ ਹੈ ਉਹ ਸਾਨੂੰ ਉੱਥੋਂ ਪਤਾ ਲੱਗ ਜਾਂਦਾ।
ਤਾਂ ਇਹ ਕਿਤਾਬਾਂ ਕੁਛ ਨੇ ਜਿਨ੍ਹਾਂ ਤੋਂ ਅਸੀਂ ਪੜ੍ਹ ਸਕਦੇ ਹਾਂ। ਵਣਜਾਰਾ ਬੇਦੀ ਹੈਗਾ, ਗੁਰਬਖਸ਼ ਸਿੰਘ ਫਰੈਂਕ ਹੈਗਾ, ਟੀ.ਆਰ. ਵਿਨੋਦ ਦਾ ਕੰਮ ਬਹੁਤ ਵਧੀਆ ਸਾਡੇ ਸੱਭਿਆਚਾਰ ਤੇ ਹੈ, ਤਾਂ ਅਸੀਂ ਉਹਨਾਂ ਨੂੰ ਪੜ੍ਹ ਸਕਦੇ ਹਾਂ। ਇਸ ਤੋਂ ਬਾਅਦ ਆ ਜਾਂਦਾ ਭਾਸ਼ਾ ਵਿਗਿਆਨ। ਸਭ ਤੋਂ ਮੇਨ ਤੇ ਸਭ ਤੋਂ ਜ਼ਿਆਦਾ ਸਵਾਲ ਜਿਹੜੇ ਆ ਉਹ ਭਾਸ਼ਾ ਵਿਗਿਆਨ ਤੇ ਆਉਂਦੇ ਆ, ਭਾਸ਼ਾ ਦੇ ਕੰਮ ਤੇ ਆਉਂਦੇ ਆ। ਇਸ ਕਰਕੇ ਭਾਸ਼ਾ ਵਿਗਿਆਨ ਨੂੰ ਬੜੇ ਸੀਰੀਅਸ ਹੋ ਕੇ ਪੜ੍ਹੋ, ਭਾਸ਼ਾ ਵਿਗਿਆਨ ਨੂੰ ਕਰੜੇ ਹੱਥੀਂ ਲਓ, ਤਾਂ ਕਿ ਭਾਸ਼ਾ ਵਿਗਿਆਨ ਦੀ ਕੋਈ ਗਲਤੀ ਨਾ ਹੋਵੇ। ਭਾਸ਼ਾ ਵਿਗਿਆਨ ਸਾਡਾ ਮੈਥ ਦੀ ਤਰ੍ਹਾਂ ਹੈ, ਜਿਸ ਤਰ੍ਹਾਂ ਮੈਥ 'ਚ ਤੁਹਾਨੂੰ ਆਉਂਦਾ ਹੋਵੇ ਤਾਂ ਪੂਰੇ ਦੇ ਪੂਰੇ ਨੰਬਰ ਆ ਸਕਦੇ ਆ, ਉਸੇ ਤਰ੍ਹਾਂ ਜੇ ਤੁਹਾਨੂੰ ਭਾਸ਼ਾ ਵਿਗਿਆਨ ਆਉਂਦਾ ਤਾਂ ਇਹਦੇ ਸਾਡੇ ਪੂਰੇ ਦੇ ਪੂਰੇ ਨੰਬਰ ਆ ਸਕਦੇ ਆ। ਜਿਸ ਤਰ੍ਹਾਂ ਭਾਸ਼ਾ ਦਾ ਸਰੂਪ ਕੀ ਹੈ, ਪਰਿਭਾਸ਼ਾ ਕੀ ਹੈ, ਭਾਸ਼ਾ ਕਿੱਥੋਂ ਉਪਜੀ ਹੈ, ਇਹਦੇ ਬਾਰੇ ਵਿਦਵਾਨ ਅਲੱਗ-ਅਲੱਗ ਕੀ ਕਹਿੰਦੇ ਨੇ, ਸਸਿਊਰ ਕੀ ਕਹਿੰਦਾ ਹੈ, ਚਮਕਸੀ ਕੀ ਕਹਿੰਦਾ ਹੈ, ਇਹਨਾਂ ਬਾਰੇ ਪੜ੍ਹਨ ਲਈ ਸਾਨੂੰ ਬਹੁਤ ਜ਼ਰੂਰੀ ਹੈ। ਬੂਟਾ ਸਿੰਘ ਬਰਾੜ ਨੇ ਜਾਂ ਹੋਰ ਵਿਦਵਾਨ ਨੇ ਸਾਡੇ ਕੋਲ, ਜਿਨ੍ਹਾਂ ਨੇ ਇਸ ਬਾਰੇ ਬੜੀ ਬਖੂਬੀ ਲਿਖਿਆ, ਬੜੇ ਵਧੀਆ ਤਰੀਕੇ ਨਾਲ ਲਿਖਿਆ। ਉਹਨਾਂ ਨੂੰ ਪੜ੍ਹ ਸਕਦੇ ਹੋ ਕਿ ਭਾਸ਼ਾ ਦਾ ਆਰੰਭ ਕਿੱਥੋਂ ਹੁੰਦਾ ਹੈ, ਭਾਸ਼ਾ ਕਿਹਨਾਂ ਰੂਪਾਂ ਵਿੱਚ ਸਾਡੇ ਤੱਕ ਪਹੁੰਚਦੀ ਹੈ। ਜੇ ਭਾਰਤੀ ਕਾਵਿ ਸ਼ਾਸਤਰ ਬਾਰੇ ਪੜ੍ਹਨਾ ਹੋਵੇ ਤਾਂ ਤੁਸੀਂ ਗੁਰਸ਼ਰਨ ਕੌਰ ਜੱਗੀ ਦੀ ਵੀ ਇੱਕ ਕਿਤਾਬ ਹੈਗੀ ਹੈ, ਤੁਸੀਂ ਉਹ ਵੀ ਪੜ੍ਹ ਸਕਦੇ ਹੋ, ਉਹ ਵੀ ਬੜੀ ਵਧੀਆ ਕਿਤਾਬ ਹੈਗੀ ਆ। ਤਾਂ ਇਹ ਜਿਹੜਾ ਸੀ ਭਾਸ਼ਾ ਵਿਗਿਆਨ ਦੀ ਅਸੀਂ ਗੱਲ ਕਰ ਰਹੇ ਸੀ, ਤਾਂ ਇਹ ਭਾਸ਼ਾ ਵਿਗਿਆਨ ਨੂੰ ਇੱਕ ਵਾਰੀ ਤੁਸੀਂ ਆਪਣੇ ਜ਼ਿਹਨ ਦੇ ਵਿੱਚੋਂ ਚੰਗੀ ਤਰ੍ਹਾਂ ਲੰਘਾ ਲਓ, ਤਾਂ ਕਿ ਭਾਸ਼ਾ ਵਿਗਿਆਨ ਦਾ ਜਿਹੜਾ ਮਸਲਾ ਹੈ ਉਹ ਦੁਬਾਰਾ ਤੋਂ ਨਾ ਖੜਾ ਹੋਵੇ। ਭਾਸ਼ਾ ਵਿਗਿਆਨ ਹੀ ਸਾਨੂੰ ਤਕਰੀਬਨ ਜਿਹੜਾ ਹੈ ਨੈਟ ਦੇ ਵਿੱਚ JRF ਜਾਂ ਕੁਝ ਦਰਜੇ ਦੀ ਨੰਬਰ ਦਵਾ ਸਕਦੀ ਹੈ। ਜੇ ਭਾਸ਼ਾ ਵਿਗਿਆਨ 'ਚ ਅਸੀਂ ਮਾਰ ਖਾ ਗਏ ਤਾਂ ਫਿਰ ਸਾਨੂੰ ਜਿਹੜਾ ਬਾਕੀ ਕੀਤੇ ਕਿਰਾਏ ਤੇ ਹੈ ਉਹ ਸਾਡੇ ਤੇ ਪਾਣੀ ਫਿਰ ਜਾਏਗਾ। ਇਸ ਕਰਕੇ ਭਾਸ਼ਾ ਵਿਗਿਆਨ ਤੇ ਤੁਸੀਂ ਜ਼ਿਆਦਾ ਜ਼ੋਰ ਲਗਾਓ। ਭਾਸ਼ਾ ਵਿਗਿਆਨ ਦਾ ਜਿਹੜਾ ਰਸਤਾ ਹੈ ਉਹ ਬੇਸ਼ੱਕ ਔਖਾ ਥੋੜਾ ਜ਼ਰੂਰ ਹੈ, ਪਰ ਇੱਕ ਵਾਰ ਜੇ ਤੁਸੀਂ ਉਸਨੂੰ ਚੰਗੀ ਤਰੀਕੇ ਨਾਲ ਪੜ੍ਹ ਲਓਗੇ ਤਾਂ ਉਹ ਪੜ੍ਹ ਲਏਗਾ। ਇਹਦੇ ਵਿੱਚ ਇੱਕ ਹੋਰ ਗੱਲ ਹੈ ਕਿ ਸਾਹਿਤ ਖੋਜ ਤੇ ਸਾਹਿਤ ਆਲੋਚਨਾ ਜਿਹੜੀ ਕੇਸਰ ਸਿੰਘ ਕੇਸਰ ਦੀ ਕਿਤਾਬ ਹੈ, ਜਾਂ ਚਿੰਤਨ ਚੇਤਨਾ ਜਗਬੀਰ ਸਿੰਘ ਦੀ ਕਿਤਾਬ ਹੈ, ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪੜ੍ਹ ਲਓ। ਉਹਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਡਾਟਾ ਹੈ ਉਹ ਦਿੱਤਾ ਹੋਇਆ ਇਹਦੇ ਪ੍ਰਤੀ ਜਿਹੜਾ ਹੈਗਾ। ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤਾਂ ਭਾਸ਼ਾ ਵਿਗਿਆਨ ਪੜ੍ਹਨ ਦੇ ਲਈ ਸਾਨੂੰ ਸਭ ਤੋਂ ਪਹਿਲੀ ਜਿਹੜੀ ਕਿਤਾਬ ਹੈ, ਪ੍ਰੇਮ ਪ੍ਰਕਾਸ਼ ਦੀਆਂ ਕਿਤਾਬਾਂ ਨੇ ਬਹੁਤ ਸਾਰੀਆਂ, ਜਿਵੇਂ ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸ ਹੈ, ਭਾਸ਼ਾ ਦਾ ਜਨਮ ਤੇ ਵਿਕਾਸ ਹੈ, ਸਿਧਾਂਤਕ ਭਾਸ਼ਾ ਵਿਗਿਆਨ ਹੈ ਜਿਹੜੀ ਬਹੁਤ ਵਧੀਆ ਕਿਤਾਬ ਹੈ, ਰੂਪ ਵਿਗਿਆਨ ਤੇ ਪੰਜਾਬੀ ਸ਼ਬਦ ਉਹਨਾਂ ਦੀ ਕਿਤਾਬ ਜਿਹੜੀ ਹੈ ਬਹੁਤ ਲਾਹੇਵੰਦ ਹੈ। ਇਸ ਤਰ੍ਹਾਂ ਜੋਗਿੰਦਰ ਸਿੰਘ ਕੁਹਾਰਾਂ ਦੀ ਕਿਤਾਬਾਂ ਹੈਗੀਆਂ, ਉਹਨਾਂ ਦਾ 3 ਸੈੱਟ ਹੈਗਾ, ਭਾਸ਼ਾ ਵਿਗਿਆਨ, ਸੰਕਲਪ ਤੇ ਦਿਸ਼ਾਵਾਂ ਨੇ, ਦੁਨੀ ਚੰਦਰ ਦੀਆਂ ਨੇ, ਸੰਤ ਸਿੰਘ ਸੇਖੋਂ ਹੈ ਉਹਦੀ ਹੈ ਪੰਜਾਬੀ ਬੋਲੀ ਦਾ ਇਤਿਹਾਸ, ਬੂਟਾ ਸਿੰਘ ਬਰਾੜ ਦੀਆਂ ਨੇ ਪੰਜਾਬੀ ਭਾਸ਼ਾ ਸਰੋਤ ਤੇ ਸਰੂਪ ਹੈਗਾ, ਬ੍ਰਹਮ ਜਗਦੀਸ਼ ਦੀ ਹੈ, ਇੱਕ ਪਰਮਜੀਤ ਸਿੱਧੂ ਦੀ ਕਿਤਾਬ ਹੈਗੀ ਮਾਨਵ ਭਾਸ਼ਾ ਵਿਗਿਆਨ, ਉਹ ਬਹੁਤ ਵਧੀਆ ਹੈ ਤੁਹਾਡੇ ਵਾਸਤੇ। ਹਰਕੀਰਤ ਸਿੰਘ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ, ਭਾਸ਼ਾ ਤੇ ਭਾਸ਼ਾ ਵਿਗਿਆਨ, ਪੰਜਾਬੀ ਦਾ ਰੂਪਾਂਤਰੀ ਵਿਆਕਰਨ, ਪੰਜਾਬੀ ਵਿਆਕਰਨ ਤੇ ਪੰਜਾਬੀ ਭਾਸ਼ਾ। ਗੁਰਬਾਣੀ ਦੇ ਨਾਲ ਵੀ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ, ਹਰਕੀਰਤ ਸਿੰਘ ਨੇ ਗੁਰਬਾਣੀ ਦੀ ਭਾਸ਼ਾ ਵਿਆਕਰਨ ਲਿਖਿਆ ਹੈ। ਤੇ ਵਿਦਿਆ ਭਾਸਕਰ ਅਰੁਣ ਦੀ ਹੈਗੀ ਹੈ ਪੰਜਾਬੀ ਭਾਸ਼ਾ ਦਾ ਇਤਿਹਾਸ, ਪਿਆਰਾ ਸਿੰਘ ਪਦਮ ਦੀ ਹੈਗੀ ਹੈ ਪੰਜਾਬੀ ਬੋਲੀ ਦਾ ਇਤਿਹਾਸ, ਇੱਕ ਮੇਰੇ ਹਿਸਾਬ ਨਾਲ ਹਰਦੇਵ ਸਿੰਘ ਬਾਰੀ ਦੀ ਹੈਗੀ ਪੰਜਾਬੀ ਤੇ ਲਹਿੰਦੀ ਦਾ ਇਤਿਹਾਸ, ਜੀਤ ਸਿੰਘ ਸੀਤਲ ਦੀ ਵੀ ਹੈਗੀ ਹੈ ਪੰਜਾਬੀ ਭਾਸ਼ਾ ਦਾ ਆਲੋਚਨਾਤਮਕ ਇਤਿਹਾਸ। ਤਾਂ ਇਹ ਬਹੁਤ ਸਾਰੀਆਂ ਕਿਤਾਬਾਂ ਨੇ, GP ਸਿੰਘ ਦੀ ਹੈਗੀ ਹੈ, ਭੁਪਿੰਦਰ ਸਿੰਘ ਖਹਿਰਾ ਦੀ ਹੈਗੀਆਂ ਨੇ, ਕਾਲਾ ਸਿੰਘ ਬੇਦੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਹੈਗੀਆਂ ਨੇ ਜਿਹੜੀਆਂ ਪੰਜਾਬੀ ਭਾਸ਼ਾ ਤੇ ਵਿਆਕਰਨ ਦੇ ਲਈ ਸਾਨੂੰ ਬਹੁਤ ਵਧੀਆ ਲੱਗਦੀਆਂ ਨੇ। ਤਾਂ ਇਹ ਕਿਤਾਬਾਂ ਤੁਸੀਂ ਜ਼ਰੂਰ ਪੜ੍ਹੋ, ਔਰ ਇਹਨਾਂ ਦਾ ਇੱਕ ਸੀਕੁਐਂਸ ਬਣਾ ਕੇ ਰੱਖੋ, ਤਾਂ ਕਿ ਜਦੋਂ ਤੁਸੀਂ ਪੇਪਰ ਦੇਣ ਜਾਓ ਇਹ ਕਿਤਾਬਾਂ ਤੁਹਾਡੇ ਦਿਮਾਗ ਦੇ ਵਿੱਚ ਅਕਸਰ ਚੱਲ ਰਹੀਆਂ ਹੋਣ, ਤਾਂ ਕਿ ਤੁਹਾਨੂੰ ਇਹਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆ ਸਕੇ। ਇਸ ਤੋਂ ਅੱਗੇ ਸਾਡੇ ਕੋਲ ਆਉਂਦਾ ਫੁਟਕਲ, ਜਿਹਦੇ ਵਿੱਚ ਪ੍ਰਵਾਸ, ਅਨੁਵਾਦ ਤੇ ਖੋਜ ਵਿਗਿਆਨ ਹੈਗਾ। ਖੋਜ ਵਿਗਿਆਨ ਦੀ ਅਸੀਂ ਪਹਿਲਾਂ ਗੱਲ ਕਰ ਰਹੇ ਹਾਂ, ਕੇਸਰ ਸਿੰਘ ਕੇਸਰ ਹੈ, ਧਰਮ ਸਿੰਘ ਹੈ,
ਪਿਆਰ ਸਿੰਘ ਹੈ, ਡਾਕਟਰ ਪਿਆਰ ਸਿੰਘ, ਉਹਨਾਂ ਦੀ ਕਿਤਾਬਾਂ ਬਹੁਤ ਵਧੀਆ ਨੇ। ਇਹਦੇ ਵਿੱਚ ਅਨੁਵਾਦ ਹੈ, ਇਹਦੇ ਵਿੱਚ ਕੁਝ ਬਹੁਤਾ ਕੁਝ ਨਹੀਂ ਆਉਂਦਾ ਗਾ। ਡਾਇਸਪੋਰਾ ਬਾਰੇ ਤੁਸੀਂ ਪੜ੍ਹ ਸਕਦੇ ਹੋ, ਪ੍ਰਵਾਸ ਬਾਰੇ ਪੜ੍ਹ ਸਕਦੇ ਹੋ। ਅਨੁਵਾਦ ਬਾਰੇ ਇੱਕ ਦੋ ਕੁਐਸਚਨ ਕਦੇ ਆਏ ਹੈ, ਪਰ ਮੈਂ ਪਿਛਲੇ ਲੰਬੇ ਸਮੇਂ ਤੋਂ ਦੇਖ ਰਿਹਾ ਨਹੀਂ ਆਏ। ਹਾਂ, ਖੋਜ ਬਾਰੇ ਜ਼ਰੂਰ ਸਵਾਲ ਆਉਂਦੇ ਆ, ਖੋਜ ਬਾਰੇ ਤੁਸੀਂ ਜ਼ਰੂਰ ਪੜ੍ਹ ਸਕਦੇ ਹੋ। ਇਹ ਖੋਜ ਕੀ ਹੈਗੀ ਹੈ, ਖੋਜ ਦੀਆਂ ਵਿਧੀਆਂ, ਖੋਜ ਅਤੇ ਆਲੋਚਨਾ ਕੀ ਹੈ, ਖੋਜ ਦਾ ਅੰਤਰ ਨਖੇੜਾ ਜਿਹੜਾ ਇਹ ਹੈਗਾ, ਇਹ ਤੁਸੀਂ ਪੜ੍ਹ ਸਕਦੇ ਹੋ। ਡਾਕਟਰ ਪਿਆਰ ਸਿੰਘ ਦੀ ਕਿਤਾਬ ਹੈ, ਡਾਕਟਰ ਧਰਮ ਸਿੰਘ ਦੀਆਂ ਕਿਤਾਬਾਂ ਹੈਗੀਆਂ ਨੇ, ਜਾਂ ਸੰਤ ਸਿੰਘ ਸੇਖੋਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ। ਤਾਂ ਇਹ ਜਿਹੜਾ ਇਹ ਹੈ ਸਾਡਾ ਸਿਲੇਬਸ UGC ਨੈਟ ਦਾ। ਤੇ ਇਸ ਨੂੰ ਤੁਸੀਂ ਵੰਡ ਕੇ ਚੱਲੋ ਕਿ ਇੱਕ ਇਹਦਾ ਪਹਿਲਾ ਯੂਨਿਟ ਹੈਗਾ ਜਿਹਦੇ ਵਿੱਚ ਸਾਹਿਤ ਦੇ ਰੂਪ ਬਾਰੇ ਗੱਲ ਆ ਗਈ ਹੈ, ਸਾਰੇ ਰੂਪਾਂ ਬਾਰੇ ਗੱਲ ਆ ਗਈ ਹੈ। ਦੂਜੇ ਭਾਗ ਵਿੱਚ ਸੂਫੀ ਕਾਵਿ ਤੇ ਗੁਰਮਤਿ ਕਾਵਿ ਹੈ। ਤੀਜੇ ਵਿੱਚ ਕਿੱਸਾ ਕਾਵਿ ਤੇ ਵੀਰ ਕਾਵਿ ਹੈ। ਪੰਜਾਬੀ ਵਾਰਤਕ ਹੈ ਚੌਥੇ ਵਿੱਚ। ਪੰਜਵੇਂ ਵਿੱਚ ਆਧੁਨਿਕ ਪੰਜਾਬੀ ਕਵਿਤਾ ਹੈ। ਛੇਵੇਂ ਵਿੱਚ ਆਧੁਨਿਕ ਪੰਜਾਬੀ ਗਲਪ ਹੈ। ਗਲਪ ਨੂੰ ਜ਼ਰੂਰ ਪੜ੍ਹੋ, ਗਲਪ ਵਿੱਚ ਬੜਾ ਕੁਝ ਆਉਂਦਾ ਹੈ। ਤੇ ਇਸੇ ਤਰ੍ਹਾਂ ਪੰਜਾਬੀ ਨਾਟਕ ਤੇ ਇਕਾਂਗੀ ਹੈ, ਲੋਕਧਾਰਾ ਤੇ ਪੰਜਾਬੀ ਲੋਕਧਾਰਾ, ਸੱਭਿਆਚਾਰ ਹੈਗਾ। ਤੇ ਲਾਸਟ ਤੇ ਸਾਡੇ ਕੋਲ ਵਿਆਕਰਨ ਹੈਗੀ ਹੈ, ਵਿਆਕਰਨ ਹੈਗੀ ਹੈ ਤੇ ਭਾਸ਼ਾ ਹੈਗੀ ਹੈ। ਇਹ ਵਾਲਾ ਜਿਹੜਾ ਅਖੀਰ ਦਾ ਜਿਹੜਾ ਹੈਗਾ ਸਾਡੇ ਕੋਲ, ਇਹ ਬਹੁਤ ਵੱਡਾ ਰੱਖਦਾ, ਇਹ ਮਾਇਨੇ ਰੱਖਦਾ। ਤਕਰੀਬਨ ਅਸੀਂ ਇਹਨਾਂ ਸਵਾਲਾਂ ਜਦੋਂ ਉਲਝ ਜਾਂਦੇ ਹਾਂ, ਭਾਸ਼ਾ ਵਿਗਿਆਨ 'ਚ ਜਦੋਂ ਅਸੀਂ ਉਲਝ ਜਾਂਦੇ ਹਾਂ, ਤਾਂ ਫਿਰ ਸਾਨੂੰ ਜਿਹੜਾ ਬਾਕੀ ਆ ਰਿਹਾ ਆਉਂਦਾ ਹੁੰਦਾ, ਉਹ ਵੀ ਸਾਡੇ ਕੋਲ, ਸਾਡੇ ਦਿਮਾਗ ਕੋਲ ਨਿਕਲ ਜਾਂਦਾ। ਇਸ ਕਰਕੇ ਭਾਸ਼ਾ ਵਿਗਿਆਨ ਤੇ ਪਹਿਲਾਂ ਜ਼ੋਰ ਦਿਓ। ਪਹਿਲਾਂ ਤੁਸੀਂ ਭਾਸ਼ਾ ਵਿਗਿਆਨ ਕਰੋ, ਬਾਕੀ ਸਭ ਕੁਝ ਫਿਰ ਕਰੋ। ਫਿਰ ਜਦੋਂ ਪੇਪਰ ਆਉਂਦਾ ਤੇ ਫਿਰ ਅਖੀਰ ਤੇ ਸਭ ਤੋਂ ਜ਼ਿਆਦਾ ਭਾਸ਼ਾ ਵਿਗਿਆਨ ਕਰੋ, ਕਿਉਂਕਿ ਭਾਸ਼ਾ ਵਿਗਿਆਨ ਤੁਹਾਡੇ ਨੰਬਰ ਬਣਾਉਣ 'ਚ ਸਹਾਈ ਹੁੰਦਾ। ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਅੱਛਾ ਲੱਗੇਗਾ। ਇਸ ਦੇ ਲਈ ਅਸੀਂ ਬਾਕੀ ਅਲੱਗ-ਅਲੱਗ ਵੀਡੀਓ ਬਣਾ ਰਹੇ ਹਾਂ ਇੱਕ ਇੱਕ ਯੂਨਿਟ ਦੇ, ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਤੱਕ ਜਿਹੜੇ ਵੀਡੀਓ ਨੇ ਉਹ ਜਲਦੀ ਤੋਂ ਜਲਦੀ ਪਹੁੰਚ ਸਕਣ। ਤੇ ਜਿਹੜੇ ਬੱਚੇ ਨੈਟ ਦੀ ਜਾਂ ਮਾਸਟਰ ਕੇਡਰ ਦੀ ਜਾਂ ਕਿਸੇ ਵੀ ਪੰਜਾਬੀ ਦੇ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਆ, ਉਹਨਾਂ ਤੱਕ ਅਸੀਂ ਆਪਣਾ ਜਿਹੜਾ ਡਾਟਾ ਹੈ ਉਹ ਪਹੁੰਚਾ ਸਕੀਏ। ਸਭ ਦਾ ਧੰਨਵਾਦ।